भाटा कलां दी संगत बहुत ही ਵਧਾਈ ਦੇ ਪਾਤਰ ਹੋ जो कि आप सब ਨੂੰ ਤੇ ਆਪ ਸਭ ਦੇ ਸਹਿਯੋਗ ਨਾਲ ਦਾਸ ਨੂੰ ਵੀ ਇਸ ਨਗਰ ਕੀਰਤਨ ਦੇ ਵਿੱਚ ਤਾਂ ਮੈਂ ਨਹੀਂ ਪਹੁੰਚ ਸਕਿਆ, ਕਿਸੇ ਰੁਝੇਵੇਂ ਕਰਕੇ ਦੇਰੀ ਹੋ ਗਈ, ਪਰ ਆਪ ਸਭ ਦੇ ਦਰਸ਼ਨ ਕਰਨ ਦਾ ਜੋ ਮੌਕਾ ਮਿਲਿਆ ਇਸ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਕਿੰਨੀ ਠੰਡ ਦਾ ਮੌਸਮ ਹੈ ਤੇ ਉੱਪਰੋਂ ਮੀਂਹ ਵੀ ਨੇ ਵੀ ਪੂਰਾ ਆਪਣਾ ਜ਼ੋਰ ਲਾਇਆ ਹੈ, पर फिर भी जिस हिसाब नाल संगत बैठी है तो संगत की शिद्दत जिहड़ी आ इहदे लई तुसीं सारे ਵਧਾਈ ਦੇ पात्र हो। इस तो पहला 9 तरीक सी शायद जब तक मुझे याद होगी तो तुहाडे पिंड दे विचार लोहड़ी दा प्रोग्राम जो लोहा पंजाब संस्था वालों पिंड विच रखिया गया सी, उस दे संबंध विच आप जी ने रूबरू होण दा दास नूं मौका मिलिया सी। समा भी काफी खुला सी ते बहुत चंगा लग्या आप जी नाल गलबात करके, काफी देर आप जी नाल गलबात की थी। तो अज एक बार इत्थे देरी नाल आउण लई माफी चाहना ते ज्यादा समा आप जी दा नहीं लऊंगा क्योंकि तकरीबन समा दे देखिए तो 3:45 बज गए आ ते समाप्ति है, आप जी ने लंगर भी छकना होएगा ते आपने घरां नूं भी जाना होएगा, और भी कई सारे रुझेवे हुंदे ने। जिहड़ा लोहड़ी दा प्रोग्राम असीं लिखिया सीगा ते कई सारे पिंडां ਤੋਂ ਸਾਨੂੰ ਉਸ ਲਈ ਭਰਮਾ ਹੁੰਗਾਰਾ ਜੋ ਮਿਲਿਆ ਜਿੱਥੇ ਬਹੁਤ ਜ਼ਿਆਦਾ ਵੱਡੀ ਸੰਗਤ ਜੁੜੀ ਹੈ ਤੇ ਉਸ ਵਿੱਚੋਂ ਆਪ ਜੀ ਦਾ ਪਿੰਡ ਵੀ ਇੱਕ ਸੀ ਜਿੱਥੇ ਲੋਹੜੀ ਦਾ ਤਿਉਹਾਰ ਜਿਹੜਾ ਸੀ ਉਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਤੇ ਉਸ ਤੋਂ ਉਸੇ ਦਿਨ ਦੀ ਮੈਨੂੰ ਗੱਲ ਯਾਦ ਹੈ ਕਿ ਸ਼ਾਮ ਨੂੰ ਵੀ ਜਿਹੜਾ ਭਾਟਾ ਕਲਾਂ ਗੇਟ ਦੇ ਕੋਲ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਸੰਗਤ ਇਸੇ ਤਰ੍ਹਾਂ ਜੁੜੀ ਸੀ, ਉੱਥੇ ਵੀ ਕਾਫੀ ਜ਼ਿਆਦਾ ਸੰਗਤ ਜੁੜੀ ਸੀ ਤੇ ਅੱਜ ਵੀ ਮੈਂ ਦੇਖਦਾ तो इस गल तो खुशी होती है कि ਜਿਹੜੇ ਦਿਨ ਤਿਉਹਾਰ ਨੇ, ਚਾਹੇ ਲੋਹੜੀ ਦਾ ਤਿਉਹਾਰ ਸੀ, ਚਾਹੇ ਗੁਰਪੁਰਬ ਹੈ, ਚਾਹੇ ਅੱਜ ਦਾ ਨਗਰ ਕੀਰਤਨ ਹੈ, ਇਹ ਸਾਨੂੰ ਜੁੜਨ ਦਾ ਮੌਕਾ ਦਿੰਦੇ ਨੇ। ਜ਼ਿੰਦਗੀ ਦੇ ਵਿੱਚ ਹਰ ਇੱਕ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਰੁਝੇਵੇਂ ਨੇ, ਸਮੇਂ ਦੀ ਬੜੀ ਘਾਟ ਹੈ, ਕੋਈ ਨਹੀਂ ਜੁੜਦਾ, ਕਿਸੇ ਕੋਲ ਨਹੀਂ ਸਮਾਂ ਹੈ, ਪਰ ਅਜਿਹੇ ਜਿਹੜੇ ਪੁਰਬ ਹੈ ਇਹ ਸਾਨੂੰ ਇਕੱਠੇ ਹੋਣ ਦਾ, ਜੁੜਨ ਦਾ, ਦੁੱਖ ਸੁੱਖ ਸਾਂਝ ਕਰਨ ਦਾ ਇੱਕ ਵਸੀਲਾ ਹੈ। ਜਿਵੇਂ ਆਪਾਂ ਦੇਖਿਆ ਕਿ ਪਿੱਛੇ 2020 ਦੇ ਵਿੱਚ 21 ਦੇ ਵਿੱਚ ਕਰੋਨਾ ਦਾ ਜੋ ਦੌਰ ਨਿਕਲ ਕੇ ਗਿਆ ਉਹਦੇ ਵਿੱਚ ਸਰਕਾਰਾਂ ਵੱਲੋਂ ਤਾਂ ਸਾਨੂੰ ਕੁਝ ਨਹੀਂ ਪ੍ਰਾਪਤ ਹੋਇਆ ਸਿਵਾਏ ਲਾਕਡਾਊਨ ਦੇ, ਜਿਹਦੇ ਵਿੱਚ ਬਹੁਤ ਸਾਰੇ ਛੋਟੇ ਛੋਟੇ ਧੰਦੇ ਕੰਮਕਾਰ ਜੋ ਕਈ ਦਿਹਾੜੀਦਾਰ ਕੰਮ ਕਰਦੇ ਸੀ ਉਹ ਬਿਲਕੁਲ ਬੰਦ ਹੋ ਗਏ, ਜਿਸ ਵਿੱਚ ਚਾਹੇ ਫੋਟੋਗ੍ਰਾਫੀ ਦਾ ਧੰਦਾ ਹੋਵੇ, ਚਾਹੇ ਟੈਂਟ ਦਾ ਹੋਵੇ, ਚਾਹੇ ਕਿਸੇ ਦਾ ਸਾਊਂਡ ਦਾ ਕੰਮ ਹੋਵੇ, ਅਜਿਹੇ ਬਹੁਤ ਸਾਰੇ ਕੰਮ ਜਿਹਨਾਂ ਦੇ ਉੱਤੇ कोविड ਨੂੰ ਦੇਖਦੇ ਹੋਏ, ਕੋਰੋਨਾ ਨੂੰ ਦੇਖਦੇ ਹੋਏ ਲਾਕਡਾਊਨ ਦੀਆਂ ਦੋ ਹਦਾਇਤਾਂ ਸਰਕਾਰ ਵੱਲੋਂ ਲਗਾ ਦਿੱਤੀਆਂ ਗਈਆਂ, ਜਿਹਦੇ ਕਰਕੇ ਬਹੁਤ ਜ਼ਿਆਦਾ ਮੁਸ਼ਕਲ ਆਈਆਂ। ਪਰ ਉਹਦੇ ਵਿੱਚ ਚੰਗੀ ਗੱਲ ਵੀ ਹੈ ਸਾਡਾ ਸਮਾਜ ਜਿਹੜੀ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਲੰਗਰ ਦੀ ਪ੍ਰਥਾ ਹੈ ਜਿਸ ਨੇ ਸਾਨੂੰ ਗੁਰਗੜ ਨਹੀਂ ਦਿੱਤਾ, ਤਾਂ ਘੱਟੋ ਘੱਟ ਉਸ ਵੇਲੇ ਜਿੰਨੇ ਵੀ ਪੰਜਾਬ 'ਚ ਬੈਠੇ ਸੀ, ਚਾਹੇ ਉਹ ਪੰਜਾਬੀ ਸੰਗਤ ਸੀ, ਚਾਹੇ ਪ੍ਰਵਾਸੀ ਮਜ਼ਦੂਰ ਸੀ, ਉਹਨਾਂ ਸਾਰਿਆਂ ਨੂੰ ਰੱਜ ਦੀ ਰੋਟੀ ਮੁਹੱਈਆ ਕਰਾਉਣ ਲਈ ਜੋ ਗੁਰੂ ਸਾਹਿਬ ਨੇ ਸਾਨੂੰ ਬਲ ਬਖਸ਼ਿਆ ਤੇ ਜੋ ਰੀਤ ਚਲਾਈ ਸੀ, ਤੇ ਅਸੀਂ ਸਭ ਨੂੰ ਵਧਾਈ ਦੇ ਪਾਤਰ ਹਾਂ ਕਿ ਲਾਕਡਾਊਨ ਦੇ ਵਿੱਚ ਵੀ ਅਸੀਂ ਡੋਲੇ ਨਹੀਂ। ਸਰਕਾਰਾਂ ਵੱਲੋਂ ਤਾਂ ਚਲੋ ਜੋ ਵੀ ਰਾਸ਼ਨ ਦੀ ਮਦਦ ਜਦ ਵੀ ਆਈ ਹੋਏਗੀ, ਪਰ ਮੈਨੂੰ ਯਾਦ ਹੈ ਜਦੋਂ ਮਾਰਚ ਦੇ ਅਖੀਰਲੇ ਹਫ਼ਤੇ ਦੇ ਵਿੱਚ ਲਾਕਡਾਊਨ ਲੱਗਿਆ ਤਾਂ ਸਾਡੇ ਪੰਜਾਬੀਆਂ ਲਈ ਇਹ ਪਹਿਲਾ ਵੱਡਾ ਤਜਰਬਾ ਸੀ। ਜੇ ਆਪਣੀ ਗੱਲ ਕਰਾਂ ਤਾਂ ਮੇਰਾ ਵੱਡਾ ਤਜਰਬਾ ਸੀ, ਜਿਸ ਵਿੱਚ ਅਸੀਂ ਇੱਕ ਵਾਰ ਗੱਲ ਸੁਣਦੇ ਸੀ ਕਿ ਜਦੋਂ ਧਾਰਾ 370 ਕਸ਼ਮੀਰ ਦੇ ਵਿੱਚ ਤੋੜੀ ਗਈ ਤਾਂ ਉਦੋਂ ਲਾਕਡਾਊਨ ਲੱਗਿਆ। ਕਈ ਵਾਰੀ ਉਹਨਾਂ ਨੇ ਇਹ ਲਾਕਡਾਊਨ ਆਪਣੇ ਪਿੰਡੇ ਤੇ ਹਟਾਇਆ, ਪਰ ਸਾਡੇ ਲਈ ਵੱਡੀ ਗੱਲ ਸੀ। ਉਹ ਤੋਂ ਵੀ ਵੱਡੀ ਗੱਲ ਸੀ ਕਿ ਸਾਡੇ ਹੌਸਲੇ ਦੀ ਲੋੜ ਪਾਏ। ਜੇ ਨਵਾਂਸ਼ਹਿਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਕਰੋਨਾ ਦਾ ਕੇਸ ਆਇਆ ਸੀ ਉਹ ਪਟਵਾਵੇ ਤੋਂ ਆਇਆ ਸੀ। ਉਹ ਬਜ਼ੁਰਗ ਦੀ ਤਾਂ ਮੌਤ ਹੋ ਗਈ ਸੀ, ਪਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਉਹ ਵੀ ਕਰੋਨਾ ਦੀ ਗ੍ਰਸਤ ਦੇ ਵਿੱਚ ਪੇਟ ਦੇ ਵਿੱਚ ਆ ਗਏ ਸੀ, ਜਿਹੜੇ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕੀਤੇ ਸੀ। ਉਸ ਵੇਲੇ ਦਵਾਈ ਦੀ ਤਾਂ ਕੋਈ ਖੋਜ ਨਹੀਂ ਸੀ, ਕੋਈ
बस सही सभा गुरुद्वारा नवांशहर को जो लंगर बन के जाता सी ਜਾਂ जो भी मैडिकल एड डॉक्टर को उस वेले मुहैया सी तो गुरु महाराज की कृपा सदका वो सारे परिवार ठीक हो गया अपने घर हो गया बहुत जल्द ठीक होया ते ਅਸੀਂ इस बीमारी के उत्ते जित प्राप्त की पर लॉकडाउन ਜਿਹੜਾ कोरोना ਸੀਗਾ ਉਹਨੇ ਇਹਦੇ ਨਾਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਆਈਆਂ ਮਾੜੀਆਂ ਵੀ ਆਈਆਂ ਚੰਗਾ ਇਹ ਆਇਆ ਪ੍ਰਭਾਵ ਕਿ ਸਾਨੂੰ ਸਮਾਜਿਕ ਤੌਰ ਤੇ ਇਕੱਠੇ ਹੋਣ ਦਾ ਜਿਹੜਾ ਮੌਕਾ ਮਿਲਿਆ ਜਿਹੜੀ ਲੰਗਰ ਦੀ ਪ੍ਰਥਾ ਕਹਿ ਲਈਏ ਜਾਂ ਦਾਨ ਕਰਨ ਦੀ ਜਾਂ ਸੰਬੰਧ ਕੱਟਣ ਦੀ ਜਿਹੜੀ ਗੱਲ ਸੀ ਜਿਹੜੀ ਗੁਰੂ ਸਾਹਿਬ ਨੇ ਸਾਡੇ ਅੰਦਰ ਕੁੱਟ ਕੇ ਭਰੀ ਹੋਈ ਆ ਉਸ ਵੇਲੇ ਉਹ ਦੇਖਣ ਨੂੰ ਉਹਦਾ ਮੌਕਾ ਮਿਲਿਆ ਜਿਸ ਵਿੱਚ ਚਾਹੇ ਕੁਝ ਝੁੱਗੀਆਂ 'ਚ ਬੈਠੇ ਸੀ ਚਾਹੇ ਕਿਤੇ ਵੀ ਬੈਠੇ ਸੀ ਜਿੰਨੇ ਵੀ ਗਰੀਬ ਸੀ ਘੱਟੋ ਘੱਟ ਉਹਨਾਂ ਨੂੰ ਲੰਗਰ ਦੀ ਮੁਸ਼ਕਲ ਨਹੀਂ ਆਈ तो साडे ਜ਼ਿਮੀਂਦਾਰ ਭਰਾ ਇਸ ਗੱਲ ਦਾ ਦਾਅਵਾ ਉਸ ਵੇਲੇ ਕਰਦੇ ਸੀ ਕਿ ਸਿਰਫ ਇੱਕ ਲੂਣ ਹੈ ਨਮਕ ਜਿਹੜਾ ਸਾਨੂੰ ਬਾਜ਼ਾਰ ਤੋਂ ਲਿਆਉਣ ਦੀ ਲੋੜ ਪਈ ਹੈ ਇਹ ਲਾਕਡਾਊਨ ਚਾਹੇ ਅਗਲੇ 2 ਸਾਲ ਵੀ ਚੱਲ ਜਾਵੇ ਸਾਡੇ ਕੋਲ ਇੰਨਾ ਅੰਨ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਪਿਆ ਹੈ ਕਿ ਅਸੀਂ ਕਿਸੇ ਨੂੰ ਭੁੱਖਾ ਨਹੀਂ ਮਾਰਨ ਦਿੰਦੇ ਇਹ ਉਹੀ ਦਸਾਂ ਨਵਾਂ ਦੀ ਬਾਬੇ ਨਾਨਕ ਦੀ ਕਿਰਤ ਸਦਕਾ ਹੀ ਹੈ ਜਿਹੜੀ ਉਹਨਾਂ ਨੇ ਜਸਵੰਤ ਕੱਢਣ ਦਾ ਸਾਨੂੰ ਮੰਤਰ ਦੱਸਿਆ ਜਿਹਦੇ ਕਰਕੇ ਅਸੀਂ ਉੱਥੇ ਕਾਮਯਾਬ ਜਿਹੜੀ ਕੋਰੋਨਾ ਦੀ ਬਿਮਾਰੀ ਜਿਹੜੀ ਉਹ ਤੋਂ ਵੀ ਵੱਡੀ ਲਾਕਡਾਊਨ ਨਾਲ ਦੀ ਲਾਮਤ ਸਾਡੇ ਦੇ ਸਰਕਾਰ ਨੇ ਵੱਢਤੀ ਸੀ ਉੱਥੇ ਕਾਬੂ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਦੂਜਾ ਮੈਂ ਜ਼ਿਕਰ ਕਰਾਂਗਾ ਸਾਡੀ ਸੰਸਥਾ ਨਗੋ ਪੰਜਾਬ ਜੋ ਕਿ ਸਰਦਾਰ ਬਲਜਿੰਦਰ ਸਿੰਘ ਹੁਸੈਨਪੁਰ ਸੁਪੁੱਤਰ ਮਹਿੰਦਰ ਸਿੰਘ ਹੁਸੈਨਪੁਰ ਜੋ ਕਿ ਲੰਬੇ ਸਮੇਂ ਤੋਂ ਖੇਤਰ ਦੇ ਵਿੱਚ ਕਈ ਸਾਰੇ ਸੇਵਾਵਾਂ ਦੇ ਕੰਮ ਕਰ ਰਹੀ ਹੈ ਜਿਸ ਦੀ ਸ਼ੁਰੂਆਤ ਰੁੱਖ ਲਾਉਣ ਤੋਂ ਹੋਈ ਸੀ ਜਿਸ ਵਿੱਚ ਗੁਰੂ ਕਿਰਪਾ ਸਦਕਾ ਅਸੀਂ 25000 ਤੋਂ ਵੱਧ ਰੁੱਖ ਲਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਅੱਗੇ ਵੀ ਲਗਾ ਰਹੇ ਹਾਂ ਫਿਰ ਪਿੰਡ ਖੇਡ ਮੇਲਿਆਂ ਦੀ ਸ਼ੁਰੂਆਤ ਹੋਈ ਜਿਸ ਵਿੱਚ ਕਬੱਡੀ ਫੁੱਟਬਾਲ ਹਾਕੀ ਇਹਨਾਂ ਦੇ ਟੂਰਨਾਮੈਂਟ ਕਰਾਏ ਗਏ ਬੱਚਿਆਂ ਨੂੰ ਖੇਡ ਦਾ ਸਮਾਨ ਮੁਹੱਈਆ ਕਰਾਇਆ ਗਿਆ ਵਰਦੀਆਂ ਖੇਡ ਦੀਆਂ ਮੁਹੱਈਆ ਕਰਾਈਆਂ ਗਈਆਂ ਫਿਰ ਸਰਕਾਰੀ ਸਕੂਲਾਂ ਦੇ ਵਿੱਚ ਖਾਸ ਕਰ ਪ੍ਰਾਇਮਰੀ ਸਕੂਲ ਦੇ ਵਿੱਚ ਤਕਰੀਬਨ 100 ਤੋਂ ਵੱਧ ਅਧਿਆਪਕ ਦੇਣ ਦਾ ਟੀਚਾ ਰੱਖਿਆ ਜਿਸ ਵਿੱਚ ਅਸੀਂ ਦੇਖਿਆ ਕਿ ਲਾਕਡਾਊਨ ਦੇ ਵਿੱਚ ਜਿੱਥੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੜ੍ਹਦੇ ਸੀ ਤੇ ਬਹੁਤ ਸਾਰੇ ਮਾਪੇ ਦਾ ਜਿਹੜੇ ਕੰਮ ਧੰਦੇ ਚਲੇ ਗਏ ਉਹਨਾਂ ਦਾ ਵਿੱਤ ਇੰਨਾ ਨਹੀਂ ਸੀ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਫੀਸ ਦੇ ਸਕਣ ਜਿਸ ਦੇ ਉਲਟ ਸਰਕਾਰੀ ਜੋ ਪ੍ਰਾਇਮਰੀ ਸਕੂਲ ਸੀ ਉਸ ਵਿੱਚ ਸਿੱਖਿਆ ਆਪ ਜੀ ਨੂੰ ਪਤਾ ਹੀ ਹੈ ਕਿ ਬਿਲਕੁਲ ਮੁਫਤ ਹੈ ਤਾਂ ਮਾਂ ਬਾਪ ਨੇ ਬਹੁਤ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਈਏ ਜਿਸ ਨਾਲ ਬੱਚਿਆਂ ਦੀ ਗਿਣਤੀ ਤਾਂ ਸਕੂਲਾਂ ਦੇ ਵਿੱਚ ਵੱਧ ਗਈ ਪਰ ਅਧਿਆਪਕਾਂ ਦੀ ਗਿਣਤੀ ਜਿੰਨੀ ਪਹਿਲਾਂ ਸੀ ਉਨੀ ਹੀ ਰਹਿ ਗਈ ਪਰ ਜਿੱਥੇ ਬੱਚੇ ਵਧੇ ਆ ਉਸ ਦੇ ਹਿਸਾਬ ਨਾਲ ਜੋ ਅਧਿਆਪਕਾਂ ਦਾ ਅਨੁਪਾਤ ਹੋਣਾ ਚਾਹੀਦਾ ਸੀ ਉੱਥੇ ਕੋਈ ਗੌਰ ਨਹੀਂ ਕੀਤਾ ਗਿਆ ਸਿੱਖਿਆ ਦੇ ਵਿੱਚ ਅਸੀਂ ਕਿੰਨੇ ਨੰਬਰ ਤੇ ਆਉਂਦੇ ਆ ਜਾਂ ਸਿਹਤ ਸੁਧਾਰ ਨੂੰ ਲੈ ਕੇ ਅਸੀਂ ਕਿੰਨੇ ਨੰਬਰ ਤੇ ਆਉਂਦੇ ਆ ਆਪਾਂ ਸਭ ਨੂੰ ਪਤਾ ਹੀ ਹੈ ਤਾਂ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਘੱਟੋ ਘੱਟ ਇੱਕ ਅਧਿਆਪਕ ਸਾਡੀ ਸੰਸਥਾ ਨੇ ਦੇਣ ਦਾ ਫੈਸਲਾ ਕੀਤਾ ਕਿਉਂਕਿ ਹੁਣ ਤੱਕ 72 ਅਧਿਆਪਕ ਜਿਹੜੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾ ਚੁੱਕੇ ਹਨ ਜਿਸ ਨਾਲ ਇੱਕ ਤਾਂ ਜਿਹੜੇ ਬੱਚਿਆਂ ਨੂੰ ਉੱਥੇ ਸਕੂਲ ਦੇ ਵਿੱਚ ਅਧਿਆਪਕ ਮਿਲੇ ਦੂਜਾ ਸਾਡੀ ਟੀਮ ਨੇ ਦੇਖਿਆ ਸੀ ਜਿਵੇਂ ਭਾਟਾ ਕਲਾ ਪਿੰਡ ਦੀ ਗੱਲ ਕਰਾਂ ਜਦੋਂ ਅਗਸਤ ਸਤੰਬਰ ਮਹੀਨੇ ਦੇ ਵਿੱਚ ਮੈਂ ਸਕੂਲ ਦਾ ਸਰਵੇ ਕਰ ਰਿਹਾ ਸੀ ਉਦੋਂ ਮੈਂ ਇੱਥੇ ਪਿੰਡ ਦੇ ਵਿੱਚ ਆਇਆ ਸੀ ਤਾਂ ਟੀਚਰ ਰਾਜਕੁਮਾਰ ਸੀ ਦੋਨੇ ਲੱਤਾਂ ਤੋਂ ਹੈਂਡੀਕੈਪ ਹੈ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ 90 ਦੇ ਕਰੀਬ ਬੱਚੇ ਆ ਸਕੂਲ ਦੇ ਵਿੱਚ ਪਿੰਡ ਦੇ ਵੀ ਪ੍ਰਵਾਸੀਆਂ ਦੇ ਵੀ ਮਿਲਾ ਕੇ ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਜਾਂ ਸੰਭਾਲਣ ਲਈ ਇੱਕ ਸਿੰਗਲ ਟੀਚਰ ਬੈਠਾ ਸੀ ਜੋ ਕਿ ਫਿਜ਼ੀਕਲੀ ਦੋਨੋਂ ਲੱਤਾਂ ਤੋਂ ਹੈਂਡੀਕੈਪ ਸੀ ਤੇ ਉਹਨਾਂ ਦੇ ਨਾਲ ਵਾਲੇ ਟੀਚਰ ਨੂੰ ਕਿਸੇ ਕਾਰਨ ਕਰਕੇ ਛੁੱਟੀ ਤੇ ਗਏ ਹੋਏ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਪੜ੍ਹਾਉਣਾ ਤਾਂ ਜਿਹੜੀ ਦੂਰ ਦੀ ਗੱਲ ਹੈ ਇਹਨੇ 90 ਬੱਚੇ ਸਾਹਮਣੇ ਕਿੱਦਾਂ ਹੋਣਗੇ ਮੇਰੀ 5 ਸਾਲ ਦੀ ਬੇਟੀ ਹੈ ਸਾਡੇ ਪਰਿਵਾਰ ਦੇ ਵਿੱਚ ਕੋਲ 5 ਮੈਂਬਰ ਨੇ ਗਰਜੋਤ ਸਿੰਘ ਬੈਠਾ ਇੱਥੇ ਵੀ ਸਾਡੇ ਪਰਿਵਾਰਕ ਮੈਂਬਰ ਹੈ ਸਵੇਰੇ 9 ਵਜੇ ਤੱਕ ਤਕਰੀਬਨ ਇਹਨਾਂ ਦੀ ਡਿਊਟੀ ਸ਼ੁਰੂ ਹੋ ਜਾਂਦੀ ਆ ਮੇਰੇ ਨਾਲ ਤਕਰੀਬਨ ਰਾਤ 10-11 ਵਜੇ ਤੱਕ ਰਹਿੰਦੀ ਹੈ ਕਿ ਅਸੀਂ ਇਕੱਠੇ ਹੁੰਦੇ ਆ 5-6 ਜਣਿਆਂ ਤੋਂ ਇੱਕ 5 ਸਾਲ ਦਾ ਬੱਚਾ ਸਾਹਮਣਾ ਮੁਸ਼ਕਲ ਹੋ ਜਾਂਦਾ ਹੈ ਅਜਿਹਾ ਹੀ ਇੱਕ ਉਦਾਹਰਨ ਦੇਖਿਆ ਮੈਂ ਪਿੰਡ ਦਾਦਪੁਰ ਦੇ ਵਿੱਚ ਉੱਥੇ ਸੰਜੀਵ ਕੁਮਾਰ ਨਾਲ ਦੇ ਟੀਚਰ ਸੀ ਉਹਨਾਂ ਕੋਲ ਵੀ 50-60 ਦੇ ਆਸ-ਪਾਸ ਬੱਚੇ ਸੀ ਤਾਂ ਉਹ ਵੀ ਸਿੰਗਲ ਟੀਚਰ ਹੀ ਸੀ ਇਸੇ ਤਰ੍ਹਾਂ ਰਾਣੇ ਵਾਲੇ ਦੇ ਨੇੜੇ ਪਿੰਡ ਪੈਂਦਾ ਅਟਾਰੀ ਉੱਥੇ ਵੀ ਵਲੰਟੀਅਰ ਟੀਚਰ ਸੀ ਜੋ ਕਿ ਪ੍ਰਾਈਵੇਟ ਪੰਚਾਇਤ ਵੱਲੋਂ ਕਿਸੇ ਫੰਡ ਤੇ ਸੇਵਾ ਦੇ ਰਹੇ ਸੀ ਸਰਕਾਰੀ ਟੀਚਰ ਉੱਥੇ ਵੀ ਨਹੀਂ ਸੀ ਸਭ ਤੋਂ ਜ਼ਿਆਦਾ
हैरानी ਜਾਂ ਆਪਾਂ ਕਹਿ ਸਕਦੇ ਕਿ ਹੱਦ ਇਸ ਗੱਲ ਦੀ ਹੋ ਗਈ ਜਦੋਂ ਸਰਵੇ ਕਰਦਾ ਮੈਂ ਪੇਡ ਏਰੀਆ 'ਚ ਗਿਆ ਤਾਂ ਇੱਥੇ ਤਾਜਪੁਰ ਪਿੰਡ ਪੈਂਦਾ ਜਿੱਥੇ ਵਲੰਟੀਅਰ ਟੀਚਰ ਵੀ ਨਹੀਂ ਸੀ। ਨਾਲ ਦੇ ਪਿੰਡ ਘੜਕੂਵਾਲ ਤੋਂ ਕੋਈ ਟੀਚਰ ਆ ਕੇ ਜਾਂ ਹੋਰ ਪਿੰਡਾਂ ਤੋਂ ਡਿਊਟੀ ਲਵਾ ਕੇ ਆਪਣੇ ਟੀਚਰ ਦੇ ਵਿੱਚ ਉੱਥੇ ਆਉਂਦੇ ਸੀ ਤਾਂ ਆਪਣੀ ਸੇਵਾ ਉੱਥੇ ਨਿਭਾਉਂਦੇ ਸੀ। ਕਿੰਨੀਆਂ ਸਾਰੀਆਂ ਮੁਸ਼ਕਲਾਂ ਹੈਗੀਆਂ ਪਰ ਇਹਨਾਂ ਦਾ ਹੱਲ ਉਦੋਂ ਹੀ ਹੋਏਗਾ ਜਦੋਂ ਅਸੀਂ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਤੇ ਹਮਲਾ ਮਾਰਾਂਗੇ। तो ज्यादा समा लै लेंदा होया कि बड़ा जा चुका। वाहिगुरू जी का खालसा वाहिगुरू जी की फतेह।